ਸੀ ਉਹਨਾਂ ਨੂੰ। ਇਹ ਇੱਕ ਮਿੰਟ ਇਹ ਦੋ ਜਿਹੜੇ ਨੇ ਮਤਲਬ ਕਿ ਆਰਡਰ ਲਾਏ ਨੇ ਬੰਦੇ ਨੇ ਸਵੇਰੇ ਤੇ 2 ਆਰਡਰ ਤੇ ਉਹਦੇ ਵਿੱਚੋਂ ਵੀ 8 ਰੁਪਏ ਜਿਹੜਾ ਉਹਨੂੰ ਜੁਰਮਾਨਾ ਆ ਗਿਆ। ਠੀਕ ਹੈ 8 ਰਿਆਲ। ਇਹ ਬੰਦੇ ਨੇ ਜੀ ਸਵੇਰੇ ਦੇ 9 ਆਰਡਰ ਹੋ ਗਏ ਨੇ 12 ਵਜੇ ਸੇ 12 ਵਜੇ ਹਾਂ ਇਹ 9 ਆਰਡਰ ਲੱਗ ਗਏ ਨੇ ਜੀ। ਠੀਕ ਹੈ ਤੇ 3 ਰੁਪਏ ਟਿਪ ਆਈ। ਇਹਨੂੰ 3 ਰੁਪਏ ਟਿਪ ਹੋਈ ਤੇ 10 ਲੱਖ ਰੁਪਈਆ ਦੇ ਕੇ ਤੇ ਬੰਦਿਆਂ ਨੂੰ ਪਤਾ ਹੀ ਕੋਈ ਨਹੀਂ ਵੀ 2 ਸਾਲਾਂ ਦੇ ਵਿੱਚ ਪੈਸੇ ਪੂਰੇ ਹੋਣ ਦੇ ਜਾਂ ਨਹੀਂ। ਠੀਕ ਹੈ ਖਾਸ ਕਰਕੇ ਜਿਹੜੇ ਬੰਦੇ ਇਹ ਮਤਲਬ ਕਿ ਜਲਦੀ ਹਵਾ 'ਚ ਆ ਜਾਂਦੇ ਹੋ ਜਾਂ ਟਸ ਚੁੱਕ ਜਾਂਦੇ ਹੋ ਜਲਦੀ, ਇਹ ਉਹਨਾਂ ਦੇ ਵਾਸਤੇ ਗੱਲ ਏ ਕਿ ਆਪਣਾ ਆਪ ਵੇਚ ਤੱਕ ਕੇ ਮੇਰਾ ਵੀਰ ਮੇਰਾ ਭਰਾ ਤੇ ਕਰਵਾ ਲੈਂਦੇ ਨੇ। ਇਹ ਆਦਤ ਬਣ ਗਈ ਹੁਣ ਤੇ ਜੀ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਉਮੀਦ ਕਰਨਾ ਹੀ ਤੁਸੀਂ ਸਾਰੇ ਹੋਵੋਗੇ ਠੀਕ। ਮੈਂ ਜਨਾਬ ਦਾ ਆਪਣਾ ਜੀ ਬੰਦਾ ਨਾ ਚੀਜ਼। ਅਸੀਂ ਜੀ ਸਾਊਦੀ ਅਰਬ ਦੀਆਂ ਸੜਕਾਂ ਤੋਂ ਤੁਹਾਡੇ ਵਾਸਤੇ ਨਾ ਰੰਗਾ ਰੰਗ ਫਿਲਮਾਂ ਬਣਾ ਕੇ ਲਿਆਵੀ ਦੀਆਂ ਕੰਮ ਦੀਆਂ, ਜਾਂ ਮਤਲਬ ਕਿ ਕੋਈ ਬੰਦਾ ਕੰਮ ਲੱਗਿਆ, ਜੇ ਕੋਈ ਕੰਮ ਨਹੀਂ ਲੱਗਿਆ, ਕੋਈ ਵਿਹਲਾ ਹੈ, ਕੋਈ ਕੰਮ ਚੋਖੇ ਪੈਸੇ ਕਮਾ ਰਿਹਾ, ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰੀ ਦੀਆਂ। ਉਹਦਾ ਮਕਸਦ ਸਿਰਫ ਇੰਨਾ ਕਿ ਜਿਹੜੇ ਨਵੇਂ ਆਉਣ ਵਾਲੇ ਬੰਦੇ ਨੇ ਉਹਨਾਂ ਦੇ ਵਾਸਤੇ ਇੱਕ ਤਾਂ ਆਸਾਨੀ ਹੋਵੇ, ਦੂਸਰੇ ਨੰਬਰ ਤੇ ਜੇ ਉਹਨਾਂ ਦੇ ਵਿੱਚ ਕੋਈ 19-20 ਦਾ ਕੋਈ ਇੰਜ ਦਾ ਕੋਈ ਫਰਕ ਬਣਦਾ ਹੈ, ਮਤਲਬ ਦਿਲ ਨਹੀਂ ਲੱਗਦਾ, ਕੰਮ ਨਹੀਂ ਆਉਂਦਾ, ਹੋਰ ਕੋਈ 100 ਮਸਲੇ ਨੇ, ਉਹ ਉੱਥੇ ਹੀ ਰਹਿ ਲੈਣ। ਉਹ ਉੱਥੇ ਆਪਣੇ ਪੈਸੇ ਲਾਉਣ ਤੋਂ ਬਚ ਜਾਣ। ਏਜੰਟਾਂ ਦੀਆਂ ਗੱਲਾਂ ਸੁਣ ਕੇ ਜਾਂ ਮਤਲਬ ਕਿ ਆਲੇ ਦੁਆਲੇ ਦੀ ਗੱਲ ਸੁਣ ਕੇ ਵੀ ਮੈਂ ਇੰਨੇ ਪੈਸੇ ਪਿਆ ਕਮਾਨਾ, ਇੰਨੇ ਪੈਸੇ ਪਿਆ ਕਮਾਨਾ, ਉਹ ਜਿਹੜੇ ਜੀ ਪੈਸੇ ਕਮਾ ਰਹੇ ਨੇ ਉਹਨਾਂ ਨੂੰ ਇੱਥੇ 10-10 ਸਾਲ 5-5 ਸਾਲ 15-15 ਸਾਲ ਹੋ ਗਏ, ਉਹ ਤਾਂ ਪੈਸੇ ਕਮਾ ਰਹੇ ਨੇ। ਅੱਜ ਜੀ ਮੈਂ ਤੁਹਾਡੇ ਵਾਸਤੇ ਸਾਊਦੀ ਅਰਬ ਦੀਆਂ ਸੜਕਾਂ ਤੇ ਇੱਕ ਵਾਰੀ ਫਿਰਦਿਆਂ ਟੁਰਦਿਆਂ ਫੇਰ ਇਹ ਕੀਤਾ ਜਿਹੜਾ ਮਤਲਬ ਕਿ ਇੱਕ ਨਾ ਇੱਥੇ ਡਿਲੀਵਰੀ ਜਿਹੜੀ ਹੁੰਦੀ ਹੈ ਨਾ ਰੋਟੀ ਪਾਣੀ ਦੀ, ਇੱਥੇ ਜੀ ਸਾਊਦੀ ਅਰਬ ਦੇ ਵਿੱਚ ਡਿਲੀਵਰੀਆਂ ਕਰਦੇ ਨੇ। ਤੁਸੀਂ ਅਕਸਰ ਅਰਬ ਮੁਲਕਾਂ ਦੇ ਵਿੱਚ ਵੇਖਿਆ ਹੋਣਾ ਕਿ ਜੀ ਡਿਲੀਵਰੀ ਦਾ ਕੰਮ ਕਰਦੇ ਨੇ ਵੀ ਹੋਟਲਾਂ ਤੋਂ ਰੋਟੀ ਲੈ ਕੇ ਤੇ ਲੋਕਾਂ ਦੇ ਘਰ ਤੱਕ ਪਹੁੰਚਾਉਂਦੇ। ਅੱਜ ਜੀ ਮੈਂ ਇਸੇ ਤਰ੍ਹਾਂ ਐਸਿਆਂ ਜੀਆਂ ਦੇ ਕੋਲੇ ਪਹੁੰਚਿਆ ਵਾਂ ਜਿਨ੍ਹਾਂ ਦਾ ਇਹ ਕੰਮ ਹੈ ਕਿ ਡਿਲੀਵਰੀਆਂ ਕਰਨੀਆਂ। ਇਹਨਾਂ ਦੀ ਗੱਲ ਸੁਣੀ ਹੈ ਜੀ, ਬੜਾ ਦੁੱਖ ਵੀ ਹੋਇਆ, ਤਕਲੀਫ ਵੀ ਹੋਈ। ਠੀਕ ਹੈ ਆਪਣੇ ਪਾਕਿਸਤਾਨੀ ਵੀਰ ਨੇ ਤੇ ਕਿਸੇ ਨੂੰ ਦੁੱਖ ਦੇ ਵਿੱਚ ਵੇਖ ਕੇ ਤੇ ਬੰਦੇ ਨੂੰ ਜ਼ਾਹਿਰ ਦੁੱਖ ਤੇ ਲੱਗਦਾ ਹੀ। ਜਿਹੜੇ ਬੰਦੇ ਇਹ ਸੋਚਦੇ ਨੇ ਕਿ ਅਸੀਂ ਉੱਥੇ ਜਾਵਾਂਗੇ ਤੇ ਜਾ ਕੇ ਕਾਮਯਾਬ ਹੋ ਜਾਂਦੇ, ਇਹ ਬਿਲਕੁਲ ਜਿਹੜੀ ਇੱਕ ਗੱਲ ਝੂਠੀ ਹੈ। ਜਿੰਨਾ ਤੱਕ ਤੁਹਾਡੇ ਕੋਲੇ ਕੁਝ ਹੁਨਰ ਨਹੀਂ ਹੈ, ਤੁਹਾਨੂੰ ਕਿਸੇ ਬੰਦੇ ਨੇ ਕੋਈ ਕੰਮ ਦਾ ਵੀਜ਼ਾ ਨਹੀਂ ਦਿੱਤਾ ਹੈ, ਕੋਈ ਕਾਰੀ ਦਾ ਵੀਜ਼ਾ ਨਹੀਂ ਨਾ ਦਿੱਤਾ ਹੈ, ਤੇ ਉਹਨਾਂ ਤੱਕ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਆ। ਠੀਕ ਹੈ ਵੀਜ਼ਾ ਲੈਂਦਿਆਂ ਹੋਇਆਂ ਸਭ ਤੋਂ ਪਹਿਲੇ ਇਹ ਖਿਆਲ ਰੱਖਣਾ ਕਿ ਮੇਰਾ ਵੀਜ਼ਾ ਸਪਲਾਇਰ ਤੇ ਨਹੀਂ ਹੈ, ਮੈਂ ਜਾਂਦਿਆਂ ਸਾਲ ਸਪਲਾਇਰਾਂ ਕੋਲੇ ਤੇ ਨਹੀਂ ਫਸ ਜਾਣਾ। ਸਪਲਾਇਰ ਦਾ ਵੀਜ਼ਾ ਇੰਜ ਹੁੰਦਾ ਹੈ, ਜੇ ਮੈਂ ਤੁਹਾਨੂੰ ਪੰਜਾਬੀ 'ਚ ਦੱਸਾਂ ਵੀ ਇੱਕ ਭੇਡ ਬੱਕਰੀਆਂ ਦਾ ਇੱਕ ਅੱਜੜ, ਉਹਨੂੰ ਤੁਸੀਂ ਧਰੂ ਧਰਾ ਕੇ ਕਦੇ ਆਉਂ ਲੈ ਜਾਓ ਤੇ ਧਰੂ ਧਰਾ ਕੇ ਕਦੇ ਆਉਂ ਲੈ ਜਾਓ। ਠੀਕ ਬੜੀ ਜ਼ਲਾਲਤ ਬਣਦੀ ਹੈ, ਬੜੀ ਮੁਸ਼ਕਿਲ ਬਣਦੀ। ਤੇ ਜਿਹੜੇ ਬੰਦੇ ਮੇਰੀ ਆਵਾਜ਼ ਸੁਣ ਰਹੇ ਨੇ, ਮੈਨੂੰ ਜਿੱਥੇ ਤੱਕ ਸੁਣਿਆ ਜਾ ਰਿਹਾ, ਮੈਂ ਤੁਹਾਡੇ ਅੱਗੇ ਗੁਜ਼ਾਰਿਸ਼ ਕਰਾਂਗਾ ਕਿ ਸਾਡੀ ਫਿਲਮ ਨੂੰ ਅੱਗੇ ਸ਼ੇਅਰ ਕੀਤਾ ਜਾਏ ਤਾਂ ਕਿ ਜਿਹੜੇ ਨਵੇਂ ਆਉਣ ਵਾਲੇ ਬੰਦੇ ਨੇ ਜਾਂ ਕੋਈ ਆਉਣੇ ਦਾ ਸੋਚ ਰਿਹਾ ਉਹ ਬਚ ਜੇ। ਸਾਊਦੀ ਅਰਬ ਤੁਸੀਂ ਆਵੋ, ਦੁਬਈ ਤੁਸੀਂ ਆਵੋ, ਮਸਕਤ ਓਮਾਨ ਤੁਸੀਂ ਜਿੱਥੇ ਮਰਜ਼ੀ ਜਾਓ, ਲੇਕਿਨ ਪਹਿਲੇ ਪਤਾ ਕਰੋ ਮੇਰਾ ਵੀਜ਼ਾ ਕਿਹੜਾ ਹੈ। ਠੀਕ ਹੈ ਤੇ ਆਓ ਟਾਈਮ ਜ਼ਾਇਆ ਕੀਤੋਂ ਬਗੈਰ ਇਹਨਾਂ ਕੋਲ ਪੁੱਛਨੇ ਆ ਇਸ ਤੋਂ ਪਹਿਲਾਂ ਕਿ ਇਹਨਾਂ ਨੂੰ ਆਰਡਰ ਲੱਗ ਜੇ। अस्सलाम वालेकुम। ज़रा जोर से बोलना जैसे मैं बोल रहा हूँ। क्या नाम है आपका? एजाज। तो पाकिस्तान में कौन सा शहर है आप? मर्दान। कितने दिन हो गए इधर आए हुए? 3 महीने हो गए। 3 महीने हो गए। तो ये जो आपका गाड़ी का लाइसेंस है, आप कार पे है ना, कार पे ड्राइव करते हैं, वो लाइसेंस कंपनी ने बनवाया कि आपने बनवाया? बस वो तो बोलो तो उधर कंपनी बनाएगी, इधर पैसे में से भी लिए कंपनी ने, सही है। हाँ तो पाकिस्तान में भी पैसे दिए, इधर भी पैसे दिए। ठीक है। लाइसेंस बनाया लेकिन लाइसेंस भी सही नहीं बनाया, वो भी खसूसी बनाया। खसूसी बनाया। हाँ शिरके का गाड़ी तुम नहीं चला सकते, कंपनी का गाड़ी पे उस पर तुम नहीं चला सकते। हाँ यानी कि शिरक है कि बस गाड़ी चल सकता है? हाँ नहीं हाँ। प्राइवेट गाड़ी तुम इस पे चला सकते हो। हाँ प्राइवेट लाइसेंस बनाया यानी कि कंपनी की गाड़ी नहीं चला सकते उस लाइसेंस पे। ठीक है। तो आपकी जो वीज़ा कैटेगरी है, समझ रहे हो ना मेरी बात, वीज़ा कैटेगरी वो उधर से सप्लायर की थी, यानी कि उधर आपको पता था मेरा सप्लायर का वीज़ा? नहीं मुझे पता होता तो मैं कभी भी नहीं आता सप्लायर पे। उधर तो बोला था कंपनी है ये वो, इधर जब आया तो पता चला कि क्या है क्या नहीं है। हाँ 3 महीने हो गए इधर। 3 महीने हो गए। उधर बोल रहा था कि कंपनी है, तुम रूम पे बैठोगे 2 महीने, तुम्हारा लाइसेंस बनेगा, खाना पीना सब कुछ कंपनी देगा। तो ये 3 महीने में कुछ सैलरी मिला कि नहीं?
ابھی تک کچھ بھی نہیں ملا، ایک سیلری بھی نہیں ملا. ایک سیلری بھی نہیں ملا، ایک روپے بھی نہیں ملا. وہ کھانا پینا بھی اپنی جیب سے کر رہے ہیں. کبھی کس کو کال کرو پیسے دے دو، یا کبھی کس کو کال کرو. ہاں تو لوگ تو نہیں دیتے روز پیسے. روز تو نہیں دیتے، یہی تو مسئلہ ہے نا. ہاں تو میرا سب سے یہ گزارش ہے کہ بھائی جان آنا ہے باہر تو پہلے یہ بھائی کا بات صحیح تھا، کنفرم کرو کہ میں کس ویزے پہ جا رہا ہوں، کون سی کمپنی پہ جا رہا ہوں، کیا ہے کیا نہیں. کیونکہ ایجنٹ جو ہے نا وہ احمد دن کو بھی تارے دکھاتے ہیں آپ کو، یہ وہ سبز ہے، باغ دکھاتا ہے. لیکن کچھ بھی نہیں ہے. پاکستان میں بھی ذلیل کیا تھا 4 مہینے جو ہے نا، آج جاؤ گے کل جاؤ گے پرسوں جاؤ گے. اچھا. ادھر بھی میرے اچھے خاصے پیسے لگ گئے. 4 میڈیکل تو میرا پاکستان میں ایکسپائر ہو چکے ہیں. ٹھیک ہے. تو پاکستان میں کتنے پیسے لگا کے آپ ادھر پہنچے؟ سارے پیسے جو مطلب سارے پیسے میرے 8 لاکھ اور 30,000 روپے لگ گئے. یہ میڈیکل ڈال کے آپ بتا رہے ہیں؟ میڈیکل ڈال کے. ہاں تو ٹکٹ اپنا تھا کہ ٹکٹ اس نے دیا تھا اس میں، لیکن وہ بھی جب کرا دیے گئے تو ادھر 10-15 ہزار اور ایکسٹرا لگ گئے ادھر. ٹھیک ہے. تو ادھر جو میں نے پیسے جو ہے نا لگائے نا ادھر کم سے کم 1800-1700 ریال تو ادھر میں نے. یعنی کہ آپ 1.5 لاکھ کے قریب تو ادھر بھی پہنچ چکے ہیں. ادھر بھی پہنچ چکے تو تقریباً 10 لاکھ روپے لگ گئے. ڈرامہ بھی آیا گراما بھی آیا ہوا؟ گرامہ بھی آیا. کتنا گراما ہے وہ 2250 ریال ہے. ابھی وہ ڈبل ہوگا. ایک منٹ جی ناظرین, ਤੁਸੀਂ ਗੱਲ ਪੇ ਸੁਣਦੇ ਹੋ ਬਈ 10 ਲੱਖ ਦੇ ਬੰਦਾ ਸਿਰੇ ਚੜ ਗਿਆ ਇੱਥੇ ਸਾਊਦੀ ਅਰਬ ਦੇ ਵਿੱਚ ਪਹੁੰਚ ਕੇ ਨਾ 10 ਲੱਖ ਦੇ ਸਿਰੇ ਚੜ ਗਿਆ. ਇੱਥੇ ਆ ਕੇ ਤੈਨੂੰ 2200 ਰਿਆਲ ਦਾ ਜਿਹੜਾ ਨਾ ਜੁਰਮਾਨਾ ਠੁੱਕਿਆ, ਜਿਹੜਾ ਗੱਡੀ ਦਾ ਇਹਨੇ ਮੁਖਾਲਫਾ ਦੇਣਾ. ਠੀਕ ਹੈ. ਬੰਦੇ ਉੱਥੇ ਇੰਜ ਸੋਚਦੇ ਨੇ ਜਾਂ ਘਰੇ ਵਾਲੇ ਇੰਜ ਸੋਚਦੇ ਨੇ ਜਾਂ ਏਜੰਟ ਇੰਜ ਦੱਸਦੇ ਨੇ ਜਾਂ ਜਾਂਦਿਆਂ ਸਾਲ ਭਾਰੀ ਫੜ ਲੈਣੀ ਹੈ ਤੇ ਜਾਂਦਿਆਂ ਪੈਸੇ ਹੁੰਜਣ ਲੱਗ ਪੈਣਾ. 2200 ਰਿਆਲ ਜਮਾ ਤਫਰੀਕ ਤੁਸੀਂ ਆਪ ਕਰ ਲਿਓ, ਮੇਰੀ ਜਿਹੜੀ ਜ਼ਰਾ ਕਮਜ਼ੋਰ ਹੈ ਮੈਥ. अच्छा तो अगर आपका मतलब है आप तो इधर आ गए हैं, पैसे लग गए हैं, पैसे तो ज़ाया एक हिसाब के हो गए हैं. अभी तो कुछ ये महसूस नहीं हो रहा कि पैसे पूरे होंगे, हो जाएंगे पैसे पूरे 2 साल? ये मुश्किल है 2 साल में पैसे पूरे हो जाएंगे, क्योंकि जितने मैंने लगाए हैं ना. हाँ मुश्किल है वो. अभी तक सैलरी भी नहीं मिले. कभी बोलते इस डेट को देंगे, कभी बोलते उस डेट को देगा. अभी कुछ पता नहीं चल रहा है. तो 3-4 बंदे तो वापस चले गए. चले गए वापस चले गए. खरूज लग गया. हाँ रोज लगा दिया. तो अगर मतलब आपको अगर 10 बंदे देख रहे हैं इधर कैमरे में, 10 बंदे आपको देख रहे हैं, उन 10 बंदों को आप क्या पैगाम देंगे? बस मेरा तो यही प्यार है कि भाई अगर पाकिस्तान में सिट हो तो बिल्कुल भी ना हो. ठीक है. बहुत जलालत है इधर आके. और अगर फिर भी आने किसी का शौक है तो भाई एजेंट के थ्रू पे ना हो. रिश्तेदार हो तुम्हारा उधर कोई भी हो, उससे जो है ना वीज़ा लो, मगर इधर एजेंट के थ्रू पे ना हो. एजेंट जो है ना वो मस्जिद का इमाम भी हो ना, उसके मुंह पे यकीन नहीं करना है. बस ये मेरे दिमाग में आ गया. एजेंट ਨਾਜ਼ਰੀਨ ਬੜੀ ਵਧੀਆ ਗੱਲ ਖਾਨ ਨੇ ਕੀਤੀ ਏ. ਇਹ ਮੈਨੂੰ ਜ਼ਰਾ ਪੰਜਾਬੀ ਦੇ ਵਿੱਚ ਦੱਸਣੀ ਪੈਂਦੀ, ਸਾਡਾ ਚੈਨਲ ਪੰਜਾਬੀ ਦੇ ਵਿੱਚ. ਖਾਨ ਨੇ ਗੱਲ ਕੀਤੀ ਹੈ ਵੀ ਏਜੰਟ ਮਾਂ ਮਸਜਿਦ ਵੀ ਹੋਵੇ ਨਾ ਤੇ ਉਹਦੀ ਗੱਲ ਦੇ ਉੱਤੇ ਤਬਾਰ ਨਹੀਂ ਕਰਨਾ, ਉਹਦੀ ਗੱਲ ਦੇ ਉੱਤੇ ਯਕੀਨ ਨਹੀਂ ਕਰਨਾ ਕਿ ਉਹ ਸੱਚ ਪਿਆ ਬੋਲਦਾ. ਕਿਉਂ? ਉਹਨੇ ਆਪਣਾ ਮਫਾਦ ਵੇਖਣਾ, ਉਹਨੇ ਆਪਣਾ ਮਫਾਦ ਵੇਖਣਾ. ठीक. अच्छा तो अगर आपको इधर से कोई मतलब कि कोई बंदा बोलता है कि हमारे पास आ जाओ काम, तो ये आप इसको छोड़ के उधर जा सकते हैं? कंपनी जाने देगी आपको? नहीं जाने देता. नहीं जाने देता. कोई इसको बोलो काम पे नहीं जाने, तुम सैलरी नहीं देते हो. बस सही है, मैं रूल लगाता हूँ. ये गाड़ियों में हमें फंसाया हुआ है. ये गाड़ी हमारे नाम पे निकाले, हम तो नए बंदे हैं तो हमें क्या पता है. मतलब 10,000 नहीं. मेरी गल सुनो, मेरी बात सुने. अगर आप इधर से कुछ दूसरी कंपनी में कफाला करवाते हैं तो ये इजाज़त दे देते हैं? नहीं देते. 10,000 रियाल. इधर बंदा था वो पाकिस्तान जा रहा था. ठीक है. उसने बोला मुझे कफाला दो, इसने बोला 10,000 रियाल दोगे. वो पाकिस्तान जा रहा था, उसने पैसे दिए, पाकिस्तान फिर चला गया. फिर मिन्नत समाज, मेरा कज़न था, आसिफ नाम था उसका, वो आया था यहाँ तंग था. अच्छा. तो जब हमने इसको कहा कि इसको वापस रिजेक्ट मारो, ये जाएगा पाकिस्तान अपने टिकट खरीदेगा, इसने कहा मैं इस तरह नहीं जाने दूंगा, मुझे 10,000 रियाल दोगे पहले मैं फिर रिजेक्ट मारूंगा. फिर मिन्नत समाजत करके
वो 3500 रियाल तक आ गए। 3500 रियाल 3500 रियाल इसको दिए और फिर उस लगा के वो पाकिस्तान गए, लेकिन वो उस 3500 उसको अच्छी के गया वापस पाकिस्तान। भाई हम जलील हो रहे हो वो पहले महीने में। ਅੱਛਾ ਖਾਨ ਪਿਆ ਗੱਲ ਦੱਸਦਾ ਹੈ ਵੀ 10 ਲੱਖ ਰੁਪਈਆ ਲਾ ਕੇ ਅਸੀਂ ਇੱਥੇ ਆਏ ਆ। 10 ਲੱਖ ਲਾ ਕੇ ਤੇ ਅੱਗੂ ਜੇ ਆਪਣੇ ਮੁਲਕ ਹੀ ਵਾਪਸ ਜਾਣਾ ਵੀ ਇੱਥੇ ਮੈਂ ਨਹੀਂ ਕਾਮਯਾਬ ਹੋਇਆ। ਜ਼ਾਹਿਰ ਹੈ ਸਾਰੇ ਬੰਦੇ ਨਹੀਂ ਕਾਮਯਾਬ ਹੁੰਦੇ, ਕਿਸੇ ਵੇਲੇ ਬੰਦਾ ਚੋਰਾਂ ਦੇ ਹੱਥ ਵੀ ਚੜ ਜਾਂਦਾ ਹੈ, ਡਾਕੂਆਂ ਦੇ ਹੱਥ ਵੀ ਚੜ ਜਾਂਦਾ ਹੈ। ਜੇ ਉਹ ਕਾਮਯਾਬ ਨਹੀਂ ਹੋਏ ਆਪਣੇ ਮੁਲਕ ਦੇ ਵਿੱਚ ਵੀ ਜਾਣ ਵਾਸਤੇ ਉਹਨਾਂ ਨੂੰ 3500 ਰੁਪਈਆ 3500 ਰਿਆਲ ਦੀ ਗੱਲ ਪਿਆ ਕਰਨਾ। ਪਾਕਿਸਤਾਨੀ 3500 ਰੁਪਈਏ ਦੀ ਨਹੀਂ ਪਿਆ ਗੱਲ ਕਰਦਾ। 3500 ਰਿਆਲ ਜਿਹੜਾ ਕੋਈ ਮਤਲਬ ਇੱਥੇ ਦੇ ਕੇ ਤੇ ਫੇਰ ਉਹ ਗਏ ਨੇ ਤੇ 1400 ਜਿਹੜਾ ਨਾ ਲੱਖ ਦੇ ਉੱਤੇ ਟੱਪਦਾ ਜੇ। ਅੱਗੂ अपना हिसाब ला लो भी 3500 रियाल कितना बनता। अच्छा तो आपको कफाला कराने के लिए वो बोल रहे हैं कि 10,000 रियाल हो चुके हैं। हाँ अच्छा वो यही बात कर रहे हैं कि एजेंटों ने हमें मुआहदे इस तरह किया हुआ है। हाँ। हम तो नहीं समझते, पहली दफ़ा आ रहे थे। तो आपने कितने ऑर्डर लगवाए हैं? अभी तक तो ऑर्डर नहीं है, तो कमज़ोर आईडी है। मैंने 8 ऑर्डर किए। 8 ऑर्डर दिखाएं और बहुत 11 भी मोबाइल खोल के दसो। 11 ऑर्डर मैंने भी किए, मेरे आए वो उधर साइड 11 पे बजे जुर्माना भी आया होते का। जुर्माना भी आया है? हाँ ग्रामा 2 ऑर्डर किए। ये 9 ऑर्डर किए मैंने। 8.5 ਰਿਆਲ ਦਾ ਦੱਸੀ ਉਹਨਾਂ ਨੂੰ। ਇਹ ਇੱਕ ਮਿੰਟ ਇਹ ਦੋ ਜਿਹੜੇ ਨੇ ਮਤਲਬ ਕਿ ਆਰਡਰ ਲਾਏ ਨੇ ਬੰਦੇ ਨੇ ਸਵੇਰੇ ਤੇ 2 ਆਰਡਰ ਤੇ ਉਹਦੇ ਵਿੱਚੋਂ ਵੀ 8 ਰੁਪਏ ਜਿਹੜਾ ਉਹਨੂੰ ਜੁਰਮਾਨਾ ਆ ਗਿਆ। ਠੀਕ ਹੈ 8 ਰਿਆਲ। ਇਹ ਬੰਦੇ ਨੇ ਜੀ ਸਵੇਰੇ ਦੇ 9 ਆਰਡਰ ਹੋ ਗਏ ਨੇ। 9 12 बजे से 12 ਵਜੇ हाँ। ਇਹ 9 ਆਰਡਰ ਲੱਗ ਗਏ ਨੇ ਜੀ। ਠੀਕ ਹੈ ਤੇ ਆ 3 ਰੁਪਏ ਟਿਪ ਪਾਈ। ਇਹਨੂੰ 3 ਰੁਪਏ ਟਿਪ ਹੋਈ। ਠੀਕ ਹੈ ਯਾਨੀ ਕਿ ਬੰਦੇ 2 काम अच्छा कर रहे हैं लेकिन सैलरी नहीं मिल रही। ਸੈਲਰੀ ਨਹੀਂ ਲੱਭ ਰਹੀ ਹੈ। ਤੇ ਇਹ ਨਾਜ਼ਰੀਨ ਸੂਰਤ ਹਾਲ ਹੈ। ਜਿਹੜੇ ਬੰਦੇ ਉੱਥੋਂ ਪਾਕਿਸਤਾਨ ਨੂੰ ਸਪਲਾਇਰ ਦਾ ਵੀਜ਼ਾ ਲੈ ਕੇ ਠੀਕ ਹੈ ਆ ਰਹੇ ਹੋ ਇੱਥੇ, ਉੱਥੇ ਕੋਈ ਬੰਦਾ ਨਹੀਂ ਦੱਸਦਾ। ਪੁੱਛਣ ਦਾ ਤਰੀਕਾ ਮੈਂ ਤੁਹਾਨੂੰ ਦੱਸ ਦੇਣਾ। ਪਿੱਛੇ ਜਿੱਥੋਂ ਤੁਸੀਂ ਏਜੰਟ ਦੇ ਨਾਲ ਗੱਲ ਕਰਦੇ ਹੋ ਨਾ ਕਿ ਅਸੀਂ ਵੀਜ਼ਾ ਲੈ ਰਹੇ ਹਾਂ, ਉਹਦੇ ਨਾਲ ਆਪਣਾ ਕੋਈ ਵੱਡਾ ਭਰਾ ਖੜੋ, ਕੋਈ ਚਾਚਾ ਖੜੋ, ਕੋਈ ਬਾਬਾ ਖੜੋ, ਕੋਈ ਆਪਣਾ ਕੋਈ ਲੱਗਦਾ ਲਾਣਾ ਉੱਥੇ ਖੜੋ। ਜੇ ਟਾਈਮ ਉੱਥੇ ਲੈ ਕੇ ਟੁਰ ਜਾਓ ਤੇ ਉਹਦੇ ਗਲ ਦੇ ਵਿੱਚ ਫਿਰ ਕੋਈ ਜੇ ਟਾਈਮ ਤੁਸੀਂ ਤੇ ਇੱਥੇ ਆ ਜਾਣਾ, ਉਹ ਪਿੱਛੇ ਉਹਦੇ ਗਲ 'ਚ ਕੋਈ ਕੱਪੜਾ ਪਾਉਣ ਵਾਲਾ ਤੇ ਹੋਵੇ, ਉਹਨੂੰ ਕੋਈ ਬੰਦਾ ਪੁੱਛਣ ਵਾਲਾ ਹੋਵੇ ਕਿ ਸਾਡੇ ਬੱਚੇ ਉੱਥੇ ਫਸੇ ਨੇ ਜਾ ਕੇ, ਉਹਨਾਂ ਦਾ ਕੀ ਕਸੂਰ ਹੈ। 10 ਲੱਖ ਰੁਪਈਆ ਮੇਰੇ ਹਿਸਾਬ ਨਾਲ 20 ਵਾਰੀ ਉਂਗਲਾਂ ਨੂੰ ਥੁੱਕ ਲਾਈ ਤੇ ਤਾਂ ਜਾ ਕੇ 10 ਲੱਖ ਗਿਣਨ ਹੁੰਦਾ, ਤਾਂ ਵੀ ਮੇਰੇ ਨਾਲ ਨਾ ਗਿਣਨ ਹੋਵੇ। ਤੇ 10 ਲੱਖ ਰੁਪਈਆ ਦੇ ਕੇ ਤੇ ਬੰਦਿਆਂ ਨੂੰ ਪਤਾ ਹੀ ਕੋਈ ਨਹੀਂ ਵੀ 2 ਸਾਲਾਂ ਦੇ ਵਿੱਚ ਪੈਸੇ ਪੂਰੇ ਹੋਣ ਦੇ ਜਾਂ ਨਹੀਂ। ਠੀਕ ਹੈ ਖਾਸ ਕਰਕੇ ਜਿਹੜੇ ਬੰਦੇ ਇਹ ਮਤਲਬ ਕਿ ਜਲਦੀ ਹਵਾ 'ਚ ਆ ਜਾਂਦੇ ਹੋ ਜਾਂ ਟਸ ਚੁੱਕ ਜਾਂਦੇ ਹੋ ਜਲਦੀ, ਇਹ ਉਹਨਾਂ ਦੇ ਵਾਸਤੇ ਗੱਲ ਹੈ ਕਿ ਆਪਣਾ ਆਪ ਵੇਖ ਤੱਕ ਕਿ ਮੇਰਾ ਵੀਰ ਮੇਰਾ ਭਰਾ, ਇਹ ਥੋੜਾ ਸਮਝਣ ਵਾਲੀ ਗੱਲ ਹੈ। ਪੈਸੇ ਲੱਗ ਜਾਣ ਤੇ ਪੈਸੇ ਵਾਪਸ ਨਹੀਂ ਆਉਂਦੇ। ਠੀਕ ਹੈ ਚੋਰਾਂ ਤੋਂ ਬਚੋ, ਡਾਕੂਆਂ ਤੋਂ ਬਚੋ, ਆਪਣਾ ਧਿਆਨ ਰੱਖੋ, ਆਪਣੇ ਬੱਚਿਆਂ ਦਾ ਰੱਖੋ। ਪਹਿਲੇ ਨੰਬਰ ਤੇ ਮੈਂ ਇੱਕ ਗੱਲ ਕਰਾਂ ਦਾ, ਆਪਣੇ ਵਤਨ ਦੇ ਵਿੱਚ ਰਹਿ ਕੇ ਤੁਸੀਂ 3,3500 ਦੀ ਦਿਹਾੜੀ ਲਾ ਰਹੇ ਹੋ ਨਾ, ਕੋਈ ਕਿਸੇ ਕਿਸਮ ਦੀ ਲੋੜ ਨਹੀਂ ਹੈ ਸਊਦੀ ਆਉਣ, ਕੋਈ ਕਿਸੇ ਕਿਸਮ ਦੀ। ਜੇ ਤੁਸੀਂ ਇਹਦੇ ਤੋਂ ਘੱਟ ਪੈਸੇ ਕਮਾ ਰਹੇ ਹੋ, ਤੁਹਾਨੂੰ ਕੋਈ ਕੰਪਨੀ ਦਾ ਵੀਜ਼ਾ ਲੱਭ ਰਿਹਾ, ਜੈਨੂਇਨ ਵੀਜ਼ਾ, ਆ ਜਾਓ, ਵੈਲਕਮ। ਤੇ ਇਹ ਜੀ ਪਾਕਿਸਤਾਨੀ ਆਪਣੇ ਜੀਆਂ ਦੀ ਕਹਾਣੀ ਸੀ ਤੇ ਅਸੀਂ ਤੁਹਾਡੇ ਨਾਲ ਇਹ ਗੱਲ ਸਾਂਝੀ ਕੀਤੀ ਹੈ। ਜੇ ਤੁਹਾਨੂੰ ਗੱਲ ਚੰਗੀ ਲੱਗੀ ਆਪਣੇ ਦੋਸਤਾਂ ਤੱਕ ਸ਼ੇਅਰ ਕਰਿਓ, ਕੋਈ ਬੰਦਾ ਬਚ ਜੇ। ਮੈਨੂੰ ਦਿਓ ਜੀ ਇਜਾਜ਼ਤ, ਮਿਲਣੇ ਇੱਕ ਨਵੀਂ ਫਿਲਮ ਦੇ ਵਿੱਚ ਕਿਸੇ ਨਵੇਂ ਬੰਦੇ ਦੇ ਨਾਲ। ਉਹਨਾਂ ਤੱਕ ਰੱਖੋ ਆਪਣਾ ਧਿਆਨ। ਰੱਬ ਰਾਖਾ, ਅੱਲਾ ਸੋਹਣੇ ਦੇ ਹਵਾਲੇ। ਹੱਸਦੇ ਰਹੋ, ਵਸਦੇ ਰਹੋ, ਗੱਲਾਂ ਨਹੀਂ ਕਹਿਣ ਵੀ ਦੱਸਦੇ ਰਹੋ। ਅਸਲਾਮ ਅਲੈਕੁਮ।